ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੁਝ ਇੰਡੋਨੇਸ਼ੀਆ ਦੇ ਬਾਰੇ 'ਚ ਮਜ਼ੀਦ ਡਿਸਕਸ ਕਰਾਂਗੇ ਤੇ ਮੌਸਮ ਵੀ ਦੇਖ ਲਓ। ਅੱਜ ਸਾਡੇ ਕੋਲ ਇੰਡੋਨੇਸ਼ੀਆ ਵਰਗਾ ਹੀ ਮੌਸਮ ਹੋਇਆ ਹੈ। ਇਸ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆਇਆ ਹੋਗਾ, ਬਾਦਲ ਹੋਇਆ ਹੈ, ਸੁਹਾਨਾ ਮੌਸਮ ਹੈ ਤੇ ਮਜ਼ੇਦਾਰ ਮੌਸਮ ਹੈ। ਤੇ ਸਾਨੂੰ ਵੀ ਇੰਡੋਨੇਸ਼ੀਆ ਦੀ ਯਾਦ ਆ ਰਹੀ ਹੈ ਤੇ ਉਸ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਇੱਕ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਹਦੇ ਵਿੱਚ ਕਾਫੀ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ। ਅੱਜ ਦੀ ਵੀਡੀਓ ਵਿੱਚ ਇੰਡੋਨੇਸ਼ੀਆ ਦੇ ਵੀਜ਼ੇ ਟਾਈਪਸ ਦੇ ਬਾਰੇ 'ਚ ਗੱਲ ਕਰਾਂਗੇ। ਕਿਹੜਾ ਵੀਜ਼ਾ ਕਿਹੜੇ ਬੰਦੇ ਵਾਸਤੇ ਸੂਟੇਬਲ ਹੈ। ਇੰਡੋਨੇਸ਼ੀਆ ਦਾ ਵੀਜ਼ਾ ਤੁਹਾਨੂੰ ਇੰਡੋਨੇਸ਼ੀਆ ਅੰਬੈਸੀ ਵਿੱਚ ਮਿਲ ਸਕਦਾ। ਅਗਰ ਪਾਕਿਸਤਾਨ ਤੋਂ, ਤਾਂ ਪਾਕਿਸਤਾਨ ਇੰਡੋਨੇਸ਼ੀਆ ਦੀ ਅੰਬੈਸੀ ਇਸਲਾਮਾਬਾਦ ਵੀ ਹੈ, ਕਰਾਚੀ ਵੀ ਹੈ। ਉੱਥੇ ਜਾ ਕੇ ਤੁਸੀਂ ਸਟੀਕਰ ਵੀਜ਼ਾ ਲੈ ਸਕਦੇ ਹੋ। ਈ ਵੀਜ਼ਾ ਵਾਸਤੇ ਤੁਸੀਂ ਇੱਥੋਂ ਦਾ ਲੋਕਲ ਸਪਾਂਸਰ ਕੰਪਨੀ ਜੋ ਵੀ ਹੈ ਉਹਦਾ ਸਪਾਂਸਰ ਯੂਜ਼ ਕਰਕੇ ਉਹਨਾਂ ਨਾਲ ਰਾਬਤਾ ਕਰਕੇ ਵੀ ਕਰ ਸਕਦੇ ਹੋ। ਇਹ ਦੋ ਤਰੀਕੇਕਾਰ ਹੁੰਦੇ ਨੇ। ਔਨਲਾਈਨ ਅਪਲਾਈ ਕਰਕੇ ਜਿਸ ਤਰ੍ਹਾਂ ਵੀ ਤੁਹਾਨੂੰ ਸੂਟੇਬਲ ਹੋਏ। ਮਜ਼ੀਦ ਉਹਦੀ 'ਚ ਡੀਪਲੀ ਇਨਫੋਰਮੇਸ਼ਨ ਚਾਹੀਦੀ ਤੇ ਉਹ ਤੁਹਾਨੂੰ ਰਾਬਤਾ ਕਰਨਾ ਪਏਗਾ ਤੇ ਉੱਥੇ ਮੈਂ ਤੁਹਾਨੂੰ ਦੱਸ ਸਕਦਾ। ਤੇ ਵੀਜ਼ਾ ਟਾਈਪਸ ਇੰਡੋਨੇਸ਼ੀਆ ਦਾ ਵਿਜ਼ਿਟ ਵੀਜ਼ੇ ਵਾਸਤੇ ਦੋ ਟਾਈਪਸ ਨੇ। ਜਿਹੜਾ 60 ਦਿਨ ਦਾ ਵਿਜ਼ਿਟ ਐਂਟਰੀ ਹੁੰਦੀ ਹੈ। ਇੱਕ ਸਿੰਪਲ ਵਿਜ਼ਿਟ ਐਂਟਰੀ ਹੈ। ਤੁਸੀਂ ਕਿਸੇ ਜਗ੍ਹਾ ਨੂੰ ਐਕਸਪਲੋਰ ਕਰਨਾ, ਵਿਜ਼ਿਟ ਕਰਨਾ ਹੈ। ਫਾਰ ਐਗਜ਼ਾਮਪਲ ਤੁਸੀਂ ਬਾਲੀ ਜਾਣਾ ਚਾਹੁੰਦੇ ਹੋ, ਬਾਲੀ ਦੇਖਣਾ ਚਾਹੁੰਦੇ ਹੋ, ਉਹਦੀ ਬੀਚ ਵਗੈਰਾ 'ਤੇ ਜਾਣਾ ਚਾਹੁੰਦੇ ਹੋ, ਜਾਂ ਮਾਊਂਟੇਨ ਵਗੈਰਾ ਜਾਂ ਵਾਟਰਫਾਲ ਵਗੈਰਾ ਕਿੱਧਰ ਟਰੈਵਲ ਕਰਨਾ, ਅਤੇ ਤੁਸੀਂ 211 ਇਹ ਵੀਜ਼ਾ ਲੈਂਦੇ ਹੋ। 60 ਦਿਨ ਦਾ ਵੀਜ਼ਾ ਹੁੰਦਾ ਅਤੇ ਤੁਹਾਡਾ ਜੋ ਵੀ ਆਪਣਾ ਟਰੈਵਲ ਪਲਾਨ ਹੁੰਦਾ ਉਹਦੇ ਮੁਤਾਬਕ ਆਪਣੇ ਏਜੰਟ ਨਾਲ ਜਾਂ ਉਹਨਾਂ ਨਾਲ ਡਿਸਕਸ ਕਰਕੇ ਉਹਨਾਂ ਨੂੰ ਦੱਸ ਕੇ ਜਿਹਦੇ ਕੋਈ ਵੀ ਵੀਜ਼ਾ ਪ੍ਰੋਸੈਸ ਕਰਵਾ ਰਹੇ ਹੁੰਦੇ ਹੋ ਡਿਟੇਲ ਦੇ ਕੇ ਤੇ ਆਪਣਾ ਐਡਰੈਸ ਵਗੈਰਾ ਦੇ ਕੇ ਕਰ ਸਕਦੇ ਹੋ। ਦੂਸਰਾ ਹੁੰਦਾ ਹੈ B211A ਬਿਜ਼ਨਸ ਵਿਜ਼ਿਟ ਐਂਟਰੀ। ਮਸਲਨ ਤੁਸੀਂ ਕੋਈ ਬਿਜ਼ਨਸ ਮੀਟਿੰਗ ਹੈ, ਇੰਪੋਰਟ ਐਕਸਪੋਰਟ ਦੇ ਮੁਤਲਕ ਹੈ, ਇੰਡੋਨੇਸ਼ੀਆ 'ਚ ਕੋਈ ਖਰੀਦ ਰਹੇ ਹੋ, ਵੇਚ ਰਹੇ ਹੋ, ਤੁਹਾਡਾ ਪਲਾਨ ਹੈ, ਕੋਈ ਸੈਂਪਲ ਵਗੈਰਾ ਦੇਣੇ ਨੇ, ਲੈਣੇ ਨੇ, ਜਾਂ ਪਹਿਲੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਪ੍ਰੋਪਰ ਕਾਰੋਬਾਰ ਸਟਾਰਟ ਕਰਨ ਤੋਂ ਪਹਿਲੇ। ਕੋਈ ਵੀ ਮੀਟਿੰਗ ਹੈ ਤੁਹਾਡੀ ਇੰਡੋਨੇਸ਼ੀਆ ਦੇ ਬਿਜ਼ਨਸ ਰਿਲੇਟਡ, ਇਹ ਵੀਜ਼ੇ 'ਤੇ ਤੁਸੀਂ ਆ ਕੇ ਆਪਣੀ ਮੀਟਿੰਗ ਵਗੈਰਾ ਕਰਨਾ ਚਾਹ ਰਹੇ ਹੋ ਤੇ ਮੀਟਿੰਗ ਕਰ ਸਕਦੇ ਹੋ। ਮੀਟਿੰਗ ਕਰਕੇ ਆਪਣਾ ਜੋ ਵੀ ਹੈ ਉਸ ਤੋਂ ਬਾਅਦ ਵਾਪਸ ਜਾ ਸਕਦੇ ਹੋ। 60 ਦਿਨ ਦਾ ਵੀ 60 ਦਿਨ ਦਾ ਪਹਿਲੇ ਵਾਲਾ ਹੁੰਦਾ, 60 ਦਿਨ ਦਾ ਇਹ ਹੁੰਦਾ। 60 ਦਿਨ ਤੋਂ ਬਾਅਦ ਤੁਸੀਂ ਇਹਨੂੰ ਐਕਸਟੈਂਡ ਕਰਵਾ ਸਕਦੇ ਹੋ, ਐਕਸਟੈਂਡੇਬਲ ਹੁੰਦਾ ਹੈ। ਤੇ ਤੀਸਰਾ ਹੋ ਗਿਆ ਵਿਜ਼ਿਟ ਵੀਜ਼ਾ, ਜਿਹੜਾ ਸਾਲ ਦਾ ਮਲਟੀਪਲ ਹੁੰਦਾ। ਇੱਕ ਸਾਲ ਤੁਸੀਂ 60 ਦਿਨ ਇੱਕ ਐਂਟਰੀ 'ਤੇ ਸਟੇ ਕਰ ਸਕਦੇ ਹੋ। ਮਸਲਨ ਅੱਜ ਤੁਸੀਂ ਵੀਜ਼ਾ ਲਿਆ, 1 ਸਾਲ ਦਾ ਤੁਹਾਡਾ ਵੀਜ਼ਾ ਹੈ 365 ਦਿਨ ਦਾ, ਅਤੇ 15 ਦਿਨ ਰਹੋ, ਮਹੀਨਾ ਰਹੋ, ਜਾਂ ਫਿਰ 2 ਮਹੀਨੇ ਰਹੋ, 60 ਦਿਨ ਰਹੋ। ਉਸ ਤੋਂ ਬਾਅਦ ਤੁਹਾਨੂੰ ਇੱਕ ਵਾਰ ਲਾਜ਼ਮ ਆਊਟ ਹੋਣਾ ਪਏਗਾ, ਫਿਰ ਆਊਟ ਹੋ ਕੇ ਦੁਬਾਰਾ ਐਂਟਰੀ ਤੁਸੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਹੋ ਗਿਆ ਸਾਲ ਵਾਲਾ ਮਲਟੀਪਲ। ਇੱਕ ਹੋ ਗਿਆ ਫੈਮਿਲੀ ਸਪਾਂਸਰ, ਵਾਈਫ ਸਪਾਂਸਰ 'ਤੇ। ਤੁਹਾਡੀ ਵਾਈਫ ਅਗਰ ਇੰਡੋਨੇਸ਼ੀਆ ਲੇਡੀਜ਼ ਨਾਲ ਤੁਸੀਂ ਮੈਰਿਜ ਕਰ ਲਿਆ, ਜਾਂ ਕਿਸੇ ਦੂਸਰੀ ਨੈਸ਼ਨੈਲਿਟੀ ਇੰਡੀਆ ਪਾਕਿਸਤਾਨ ਦੀ ਲੇਡੀਜ਼, ਉਹਨੇ ਇੰਡੋਨੇਸ਼ੀਆ ਦੇ ਮਰਦ ਨਾਲ ਮੈਰਿਜ ਕੀਤੀ ਹੈ ਅਤੇ ਉਹ ਫੈਮਿਲੀ ਵੀਜ਼ੇ 'ਤੇ ਐਂਟਰੀ ਹੋ ਸਕਦੇ ਨੇ, ਫੈਮਿਲੀ ਵੀਜ਼ਾ ਕਰ ਸਕਦੇ ਹਨ। ਫੈਮਿਲੀ ਵੀਜ਼ਾ ਸਾਲ ਦਾ ਹੁੰਦਾ, ਉਹ ਵਾਈਫ ਦੇ ਸਪਾਂਸਰ 'ਤੇ ਹੁੰਦਾ ਅਤੇ ਉਹ ਮਜ਼ੀਦ ਡਿਟੇਲ ਚਾਹੀਦੀ ਹੋਏਗੀ ਅਤੇ ਕਿਸ ਤਰ੍ਹਾਂ ਪ੍ਰੋਸੈਸ ਹੁੰਦਾ ਉਹ ਵੀ ਮੈਂ ਤੁਹਾਨੂੰ ਜਿੰਨਾ ਵੀ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਦਿਆਂਗਾ। ਉਹ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਲੇ ਮੈਰਿਜ ਕਿਸ ਤਰ੍ਹਾਂ ਰਜਿਸਟਰ ਕਰਨਾ ਮੈਰਿਜ, ਉਹ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ। ਸਟੈਪ ਬਾਈ ਸਟੈਪ ਉਹਦੇ 'ਚ ਮੈਂ ਪੂਰਾ ਗਾਈਡ ਕੀਤਾ ਕਿ ਪਹਿਲੇ ਤੁਹਾਨੂੰ ਕਿਸ ਤਰ੍ਹਾਂ ਡਾਕੂਮੈਂਟ ਬਣਾਉਣੇ ਨੇ, ਡਾਕੂਮੈਂਟ ਬਣਾ ਕੇ ਆਪਣਾ ਇਸ ਤਰ੍ਹਾਂ ਪ੍ਰੋਸੈਸ ਕਰਨਾ। ਜਦੋਂ ਤੁਹਾਡੇ ਡਾਕੂਮੈਂਟ ਬਣ ਜਾਣਗੇ, ਬੁੱਕ ਮੈਰਿਜ ਤੁਹਾਡੇ ਕੋਲ ਹੋਏਗੀ। ਬੁੱਕ ਮੈਰਿਜ ਤੋਂ ਬਾਅਦ ਤੁਸੀਂ ਆਪਣਾ ਕਿਟਾਸ ਅਪਲਾਈ ਕਰਦੇ ਹੋ, ਉਹਨੂੰ ਕਹਿੰਦੇ ਨੇ ਫੈਮਿਲੀ ਇਤਾਸ ਮੈਰਿਜ ਵੀਜ਼ਾ, ਇਸਤਰੀ ਵੀਜ਼ਾ ਵੀ ਕਹਿੰਦੇ ਨੇ ਇੰਡੋਨੇਸ਼ੀਆ ਭਾਸ਼ਾ ਦੇ ਵਿੱਚ। ਇਸ ਤੋਂ ਇਲਾਵਾ ਬਿਜ਼ਨਸ ਵੀਜ਼ਾ, ਕੋਈ ਬੰਦਾ ਪ੍ਰੋਪਰ ਬਿਜ਼ਨਸ ਕਰਨਾ ਚਾਹੁੰਦਾ ਇੰਡੋਨੇਸ਼ੀਆ ਦੇ ਵਿੱਚ ਆ ਕੇ, ਮਸਲਨ ਕੋਈ ਇੰਪੋਰਟ ਐਕਸਪੋਰਟ ਦਾ ਕਰਨਾ ਚਾਹੁੰਦਾ ਹੈ, ਜਾਂ ਕੋਈ ਵੀ ਪਾਮ ਆਇਲ 'ਤੇ ਕਰਨਾ ਚਾਹੁੰਦਾ ਹੈ, ਜਾਂ ਕੋਈ ਵੀ ਬਿਜ਼ਨਸ ਕਰਨਾ ਚਾਹ ਰਿਹਾ, ਓਰੀਜਨਲ ਬਿਜ਼ਨਸ ਕਰਨਾ ਚਾਹ ਰਿਹਾ। ਇਹ ਨਹੀਂ ਕਿ ਤੁਸੀਂ ਖਾਲੀ ਵੀਜ਼ਾ ਲੈ ਕੇ ਇੱਥੇ ਆ ਰਹੇ ਹੋ, ਪ੍ਰੋਪਰ ਤਰੀਕੇ ਨਾਲ ਕੋਈ ਬਿਜ਼ਨਸ ਕਰਨਾ ਚਾਹ ਰਿਹਾ, ਉਹਦੇ ਵਾਸਤੇ ਇਨਵੈਸਟਰ ਵੀਜ਼ਾ ਹੁੰਦਾ ਹੈ। ਪਹਿਲੇ ਕੰਪਨੀ ਬਣਾਉਣੀ ਪੈਂਦੀ ਹੈ, ਕੰਪਨੀ ਬਣ ਗਈ ਉਸ ਤੋਂ ਬਾਅਦ ਤੁਹਾਡਾ ਇਨਵੈਸਟਰ ਵੀਜ਼ਾ ਹੁੰਦਾ। ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਕੰਪਨੀ ਬਣਾਉਣੀ, ਕੰਪਨੀ ਬਣਨ ਤੋਂ ਬਾਅਦ ਫਿਰ ਤੁਹਾਡਾ ਵੀਜ਼ੇ ਦਾ ਪ੍ਰੋਸੈਸ ਹੋਏਗਾ। ਇਹ 2 ਸਾਲ ਦਾ, ਇਸਤਰੀ ਵੀਜ਼ਾ 1 ਸਾਲ ਦਾ ਹੁੰਦਾ, ਇਹ ਜਿਹੜਾ 2 ਸਾਲ ਦਾ ਹੁੰਦਾ ਇਨਵੈਸਟਰ ਵੀਜ਼ਾ 2 ਸਾਲ ਦਾ, 2 ਸਾਲ ਦਾ। ਇਸ ਤਰ੍ਹਾਂ 2 ਵੀਜ਼ੇ ਲੱਗਣਗੇ, ਫਿਰ ਤੁਹਾਨੂੰ 5 ਸਾਲ ਦਾ ਕਿਤਾਬ ਮਿਲੇਗਾ। 5 ਸਾਲ ਦਾ ਕਿਤਾਬ ਤੋਂ ਫਿਰ ਅੱਗੇ ਜਿਹੜਾ ਦੂਸਰਾ ਪ੍ਰੋਸੈਸ ਹੈ PR ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ। ਇਸਤਰੀ ਵੀਜ਼ੇ 'ਤੇ ਵੀ ਇਸ ਤਰ੍ਹਾਂ ਹੁੰਦਾ, 1 ਸਾਲ ਦਾ ਪਹਿਲੇ ਵੀਜ਼ਾ ਲੱਗਦਾ ਵਾਈਫ ਦੇ ਸਪਾਂਸਰ 'ਤੇ, ਫਿਰ ਦੂਸਰੇ ਸਾਲ ਦਾ ਵੀਜ਼ਾ ਲੱਗਦਾ। 2 ਵੀਜ਼ੇ ਹੋ ਗਏ, 2 ਸਾਲ ਵੀਜ਼ੇ ਤੋਂ ਬਾਅਦ ਫਿਰ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲਦਾ। 5 ਸਾਲ ਦੇ ਵੀਜ਼ੇ ਦੇ ਪ੍ਰੋਸੈਸ ਤੋਂ ਬਾਅਦ ਫਿਰ ਤੁਹਾਨੂੰ ਪਾਸਪੋਰਟ ਵਾਸਤੇ ਅਪਲਾਈ ਦੇ ਐਲੀਜੀਬਲ ਹੋ ਜਾਂਦੇ ਹੋ। ਇਹ 2 ਵੀਜ਼ੇ ਵੈਰੀਫਾਈ। ਇੱਕ ਜਿਹੜਾ ਤੀਸਰਾ ਵੀਜ਼ਾ ਹੁਣ ਜਿਹੜਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣ ਲੱਗਿਆ, ਲਾਈਟ ਵੇਟ ਹੈ। ਉਹਦੇ ਵਾਸਤੇ ਨਾ ਹੀ ਤੇ ਤੁਹਾਡੀ ਇੰਡੋਨੇਸ਼ੀਆ ਦੇ ਵਿੱਚ ਸ਼ਾਦੀ ਹੋਣਾ ਜ਼ਰੂਰੀ ਹੈ, ਨਾ ਹੀ ਕਾਰੋਬਾਰ ਹੋਣਾ ਜ਼ਰੂਰੀ ਹੈ। ਉਹਨੂੰ ਕਹਿੰਦੇ ਨੇ ਫ੍ਰੀਲਾਂਸਰ ਵੀਜ਼ਾ।
ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਹੋ, ਤੁਹਾਡੀ ਸੋਰਸ ਆਫ ਇਨਕਮ ਹੈ ਆਨਲਾਈਨ, ਜੋ ਵੀ ਤੁਸੀਂ ਕਰ ਰਹੇ ਹੋ, ਤੇ ਇਸ ਵੀਜ਼ੇ ਤੇ ਤੁਸੀਂ ਆ ਸਕਦੇ ਹੋ, ਸਟੇ ਕਰ ਸਕਦੇ ਹੋ। ਇਹਦੇ ਤੇ ਤੁਹਾਨੂੰ ਨੈਸ਼ਨਲਿਟੀ ਨਹੀਂ ਮਿਲੇਗੀ, ਤੇ ਪਾਸਪੋਰਟ ਵੀ ਨਹੀਂ, ਨੈਸ਼ਨਲਿਟੀ ਨਹੀਂ ਮਿਲੇਗੀ, ਤੇ ਕਿਤਾਬ ਨਹੀਂ ਮਿਲੇਗਾ 5 ਸਾਲ ਵਾਲਾ ਪੀਆਰ ਵਗੈਰਾ, ਇਹ ਕੁਝ ਨਹੀਂ ਮਿਲੇਗਾ। ਤੁਸੀਂ ਆਪਣਾ ਬੈਂਕ ਅਕਾਊਂਟ ਖੁਲਵਾ ਸਕਦੇ ਹੋ, ਡਰਾਈਵਿੰਗ ਲਾਇਸੈਂਸ ਲੈ ਸਕਦੇ ਹੋ। ਇੱਥੇ ਸਟੇ ਕਰਕੇ ਤੁਸੀਂ ਅੱਗੇ ਦੂਸਰੀ ਕੰਟਰੀ 'ਚ ਕਿਧਰੇ ਟਰੈਵਲ ਕਰਨਾ ਚਾਹੁੰਦੇ ਹੋ, ਉੱਥੇ ਅੰਬੈਸੀ ਦੇ ਜ਼ਰੀਏ ਵੀ ਅਪਲਾਈ ਕਰਕੇ ਅੱਗੇ ਟਰੈਵਲ ਕਰ ਸਕਦੇ ਹੋ। ਕਿਤੇ ਵੀ ਤੁਸੀਂ ਜਾਣਾ, ਇੱਥੋਂ ਮਲੇਸ਼ੀਆ ਦਾ ਵੀਜ਼ਾ ਲੈਣਾ, ਸਿੰਗਾਪੁਰ ਦਾ ਲੈਣਾ, ਸਟਿਕਰ ਵੀਜ਼ਾ, ਜਾਂ ਕਿਸੇ ਹੋਰ ਕੰਟਰੀ 'ਚ ਜਾਣਾ ਤੁਸੀਂ ਵਿਜ਼ਿਟ ਕਰਨਾ, ਉਹ ਵੀ ਕਰ ਸਕਦੇ ਹੋ ਪ੍ਰੋਪਰ। ਤੁਹਾਨੂੰ ਇੱਕ ਸਟੇ ਪਰਮਿਟ 1 ਸਾਲ ਦੇ ਲਈ ਮਿਲ ਜਾਂਦਾ। ਨਾ ਇਹ ਵਰਕ ਪਰਮਿਟ ਹੈ, ਵਰਕ ਵੀ ਇਹਦੇ ਤੇ ਅਲਾਉ ਨਹੀਂ ਹੁੰਦਾ ਇਸ ਵੀਜ਼ੇ ਤੇ। ਇਸ ਤੇ ਤੁਸੀਂ ਬਿਜ਼ਨਸ ਵੀ ਨਹੀਂ ਕਰ ਸਕਦੇ, ਇਸ ਤਰ੍ਹਾਂ ਦੀ ਐਕਟੀਵਿਟੀਜ਼ ਨਹੀਂ ਕਰ ਸਕਦੇ। ਆਨਲਾਈਨ ਜੋ ਵੀ ਤੁਸੀਂ ਕਰ ਰਹੇ ਹੋ ਉਹ ਅਲੱਗ ਚੀਜ਼ ਹੈ, ਬਿਜ਼ਨਸ ਤੇ ਵਰਕ ਨਹੀਂ ਕਰ ਸਕਦੇ ਤੁਸੀਂ। ਇਹ ਉਹਨਾਂ ਵਾਸਤੇ ਠੀਕ ਹੈ ਜਿਹੜਾ ਦਾ ਕਾਫੀ ਵੱਡਾ ਕਾਰੋਬਾਰ ਨਹੀਂ ਹੁੰਦਾ, ਉਹ ਵੈਸੇ ਹੀ ਘੁੰਮਣਾ ਚਾਹੁੰਦੇ ਨੇ, ਸਟੇ ਲੰਬਾ ਟਾਈਮ ਕਰਨਾ ਚਾਹੁੰਦੇ ਨੇ, ਤੇ ਆਪਣਾ ਛੋਟਾ ਮੋਟਾ ਜੋ ਵੀ ਹੈ ਉਹਨਾਂ ਦਾ ਇਨਕਮ ਦਾ ਹੈ ਸੋਰਸ, ਉਹਦੇ ਜ਼ਰੀਏ ਇੱਥੇ ਸਟੇ ਕਰ ਸਕਦੇ ਨੇ। ਨਵੇਂ ਬੰਦਿਆਂ ਵਾਸਤੇ, ਜਾਂ ਫਿਰ ਕੋਈ ਥੋੜ੍ਹਾ ਜਿਹਾ ਐਕਸਪਲੋਰ ਵਗੈਰਾ ਕਰਨਾ ਚਾਹੁੰਦੇ ਨੇ, ਆ ਕੇ ਦੇਖਣਾ ਚਾਹੁੰਦੇ ਨੇ ਪਹਿਲੇ ਕਾਰੋਬਾਰ ਕਰਨ ਤੋਂ ਪਹਿਲੇ ਇੰਡੋਨੇਸ਼ੀਆ ਕਿਸ ਤਰ੍ਹਾਂ, ਇਹ ਮੈਂ ਕਹਿੰਦਾ ਬਹੁਤ ਅੱਛਾ ਉਹਦੇ ਵਾਸਤੇ ਇਹ ਸਟੈਪ ਹੈ। ਇਹ ਸਾਲ ਦਾ ਵੀਜ਼ਾ ਹੁੰਦਾ ਹੈ। ਸਾਲ ਦੇ ਵਿੱਚ ਇਹਦੇ ਵਿੱਚ ਤੁਸੀਂ ਬੈਂਕ ਅਕਾਊਂਟ ਵੀ ਖੁਲਾ ਸਕਦੇ ਹੋ। ਬੈਂਕ ਅਕਾਊਂਟ ਦੇ ਨਾਲ ਤੁਸੀਂ ਡਰਾਈਵਿੰਗ ਲਾਇਸੈਂਸ ਵਗੈਰਾ ਕਰਨਾ, ਡਰਾਈਵ ਵਗੈਰਾ ਕਰਨਾ, ਉਹ ਵੀ ਕਰ ਸਕਦੇ ਹੋ। ਤੇ ਅੱਗੇ ਟਰੈਵਲ ਵਗੈਰਾ ਤੁਸੀਂ ਕਰਨਾ ਤੇ ਉਹਦੇ 'ਤੇ ਵੀ ਕਰ ਸਕਦੇ ਹੋ। ਬਾਕੀ ਰਿਟਾਇਰਮੈਂਟ ਦੇ ਹੈ, ਵਰਕ ਪਰਮਿਟ ਹੈ, ਹੋਰ ਦੂਸਰੇ ਹੈ, ਉਹਨਾਂ 'ਤੇ ਇਨਸ਼ਾਅੱਲਾ ਕੋਈ ਦੂਸਰੀ ਵੀਡੀਓ ਬਣਾਵਾਂਗੇ, ਤੇ ਉਹਨਾਂ ਦੇ ਵਿੱਚ ਮੈਂ ਇਨਸ਼ਾਅੱਲਾ ਉਹ ਵੀ ਡਿਟੇਲ ਨਾਲ ਤੁਹਾਨੂੰ ਦੱਸਾਂਗਾ। ਉਮੀਦ ਹੈ ਕਿ ਇਹ ਜਿਹੜਾ ਤੁਹਾਨੂੰ ਨया ਮੈਂ ਤੁਹਾਨੂੰ ਦੱਸਿਆ ਵੀਜ਼ਾ ਕੈਟਾਗਰੀਜ਼, ਫਰੀਲਾਂਸਰ ਵਾਲਾ ਵੀਜ਼ਾ, ਇਹ ਉਹਨਾਂ ਵਾਸਤੇ ਬੈਸਟ ਹੈ ਜਿਹੜੇ ਛੋਟਾ ਮੋਟਾ ਕਾਰੋਬਾਰ ਦਾ ਸੋਚਦੇ ਨੇ ਜਾਂ ਫਿਰ ਆਨਲਾਈਨ ਕਰ ਰਹੇ ਹੁੰਦੇ ਨੇ, ਉਹ ਇੰਡੋਨੇਸ਼ੀਆ ਆਉਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਜ਼ਿਆਦਾ ਇਨਵੈਸਟਮੈਂਟ ਵੀ ਨਾ ਕਰੀਏ, ਸਾਡਾ ਆਨਲਾਈਨ ਚੱਲ ਰਿਹਾ ਕੰਮ, ਤੇ ਅਸੀਂ ਇੰਡੋਨੇਸ਼ੀਆ ਆ ਕੇ ਸਟੇ ਕਰ ਲਈਏ ਕਿਸੇ ਵੀ ਤਰੀਕੇ ਨਾਲ ਫਰੀਲਾਂਸਰ। ਤੇ ਪਹਿਲੇ ਇਸ ਤਰ੍ਹਾਂ ਦਾ ਕੋਈ ਨਹੀਂ ਆਪਸ਼ਨ ਸੀ, ਹੁਣ ਇਹ ਆਪਸ਼ਨ ਹੈ। ਤੁਸੀਂ ਐਜ਼ ਅ ਫਰੀਲਾਂਸਰ ਇੱਥੇ ਆ ਸਕਦੇ ਹੋ, ਸਟੇ ਕਰ ਸਕਦੇ ਹੋ, ਆਪਣਾ ਜਿੱਥੇ ਵੀ ਮਰਜ਼ੀ ਤੁਸੀਂ ਜਾਣਾ ਹੈ, ਐਕਸਪਲੋਰ ਕਰਨਾ ਹੈ, ਜਾ ਕੇ ਕਰ ਸਕਦੇ ਹੋ। ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹ।